हाँ जी दोस्तों, ਅੱਜ ਦੇ ਇਸ ਵੀਡੀਓ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਸੋ ਪਿਛਲੀ ਵੀਡੀਓ ਦੇ ਵਿੱਚ ਆਪਾਂ ਸਰਦਾਰ ਸੁਰਮੁਖ ਅਮੋਲ ਦੇ ਲਿਖੇ ਨਿਬੰਧ ਭਾਰਤ ਵਿੱਚ ਕਲਾ ਇਹਦੇ ਵਿੱਚ ਲੇਖਕ ਬਾਰੇ ਪੜ੍ਹਿਆ ਸੀ। ਸੋ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਇਸ ਨਿਬੰਧ ਦਾ ਸਾਰ ਪੜਾਂਗੇ। ਸੋ ਵੀਡੀਓ ਸ਼ੁਰੂ ਕਰਦੇ ਹਾਂ। ਹਾਂਜੀ, ਸਭ ਤੋਂ ਪਹਿਲਾਂ ਦਿੱਤਾ ਹੋਇਆ ਸਰਦਾਰ ਸੁਰਮੁਖ ਅਮੋਲ ਦੇ ਨਿਬੰਧ ਭਾਰਤ ਵਿੱਚ ਕਲਾ ਦਾ ਸਾਰ ਲਿਖੋ। ਸੋ ਉੱਤਰ ਦਿੱਤਾ ਹੋਇਆ ਨਿਬੰਧ ਭਾਰਤ ਵਿੱਚ ਕਲਾ ਸਰਦਾਰ ਸੁਰਮੁਖ ਅਮੋਲ ਦੀ ਰਚਨਾ ਹੈ। ਇਸ ਨਿਬੰਧ ਵਿੱਚ ਨਿਬੰਧਕਾਰ ਨੇ ਭਾਰਤ ਦੀ ਚਿੱਤਰਕਲਾ ਅਤੇ ਮੂਰਤੀ ਕਲਾ ਬਾਰੇ ਬਹੁਪੱਖੀ ਜਾਣਕਾਰੀ ਦਿੱਤੀ ਹੈ। ਹਾਂਜੀ, ਸਭ ਤੋਂ ਪਹਿਲਾ ਪੁਆਇੰਟ ਹੈਗਾ ਕੋਮਲ ਕਲਾ ਦੇ ਗਿਆਨ ਦੀ ਕਮੀ। ਸੋ ਇਹ ਪੁਆਇੰਟ ਪੜ੍ਹਦੇ ਹਾਂ। ਨਿਬੰਧਕਾਰ ਨੂੰ ਦੁੱਖ ਹੈ ਕਿ ਸਾਡੇ ਵਿੱਚ ਇਹ ਭਾਰੀ ਕਮੀ ਹੈ ਕਿ ਸਾਨੂੰ ਹੋਰਨਾਂ ਦੇਸ਼ਾਂ ਦੀ ਕਲਾ ਸੰਬੰਧੀ ਤਾਂ ਕੁਝ ਨਾ ਕੁਝ ਪਤਾ ਹੁੰਦਾ ਹੈ, ਪਰ ਆਪਣੇ ਦੇਸ਼ ਦੀ ਕਲਾ ਦੇ ਇਤਿਹਾਸ ਦੇ ਵਿਕਾਸ ਅਤੇ ਉਸ ਦੇ ਲੱਛਣ ਦਾ ਬਹੁਤ ਘੱਟ ਗਿਆਨ ਹੈ, ਜਿਸ ਕਰਕੇ ਆਪਣੇ ਦੇਸ਼ ਵਿੱਚ ਭਾਰੀ ਕਲਾ ਭੰਡਾਰ ਹੋਣ 'ਤੇ ਵੀ ਅਸੀਂ ਉਸ ਦਾ ਰਸ ਨਹੀਂ ਲੈ ਸਕੇ ਅਤੇ ਨਾ ਹੀ ਬਾਹਰਲੇ ਲੋਕਾਂ ਨੂੰ ਇਸ ਦੇ ਮਹੱਤਵ ਬਾਰੇ ਚੰਗੀ ਤਰ੍ਹਾਂ ਦੱਸ ਸਕੇ ਹਾਂ। ਸੋ ਅੱਗੇ ਅਗਲੇ ਪੁਆਇੰਟ ਦੇ ਵਿੱਚ ਲੇਖਕ ਕੀ ਕਹਿੰਦਾ, ਨਵੀਨ ਕਲਾ ਵਿੱਚ ਵਿਦਵਾਨਾਂ ਦੁਆਰਾ ਲਿਖੀਆਂ ਪੁਸਤਕਾਂ। ਸੋ ਇਹਦੇ ਵਿੱਚ ਲਿਖਿਆ ਹੋਇਆ ਨਵੀਨ ਕਾਲ ਵਿੱਚ ਆਨੰਦ ਕੁਮਾਰ ਸਵਾਮੀ, ਪ੍ਰੋਫੈਸਰ ਹਮਾਯੂ ਕਬੀਰ, ਪ੍ਰੋਫੈਸਰ ਸੁਰਿੰਦਰ ਨਾਥ ਦੇਸ਼ਗੁਪਤਾ, ਪੰਡਿਤ ਜਵਾਹਰ ਲਾਲ ਨਹਿਰੂ ਅਤੇ ਡਾਕਟਰ ਕੁਮੁਦ ਮੁਖਰਜੀ ਆਦਿ ਵਿਦਵਾਨਾਂ ਨੇ ਆਪਣੀਆਂ ਪੁਸਤਕਾਂ ਰਾਹੀਂ ਸੰਸਾਰ ਦਾ ਧਿਆਨ ਇਸ ਪਾਸੇ ਦਿਵਾਇਆ ਹੈ, ਜਿਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਹੁਣ ਭਾਰਤ ਨੂੰ ਸੱਪਾਂ, ਹਾਥੀਆਂ, ਮਦਾਰੀਆਂ ਅਤੇ ਜੋਗੀਆਂ ਦੀ ਥਾਂ ਕਲਾ ਨਿਧ ਦੇਸ਼ ਮੰਨਿਆ ਹੈ। ਅੱਗੇ ਲਿਖਿਆ ਹੋਇਆ ਸਰ ਜਾਨ ਮਾਰਸ਼ਲ ਨੇ ਇੱਕ ਥਾਂ ਇਹ ਕਿਹਾ ਹੈ ਕਿ ਭਾਰਤ ਦੀ ਕਲਾ ਨੂੰ ਪੂਰੀ ਤਰ੍ਹਾਂ ਸਮਝਣ ਲਈ ਮੱਧ ਏਸ਼ੀਆ, ਚੀਨ ਅਤੇ ਜਾਪਾਨ ਤੱਕ ਫੈਲੇ ਬੁੱਧ ਮੱਤ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਹਾਂਜੀ, ਬਾਕੀ ਅਗਲੇ ਪੇਜ 'ਤੇ ਲਿਖਿਆ ਹੋਇਆ। ਹਾਂਜੀ, ਇਸ ਪੁਆਇੰਟ ਦੇ ਵਿੱਚ ਕਵੀ ਕੀ ਕਹਿੰਦਾ, ਲਿਖਿਆ ਹੋਇਆ ਪੰਡਿਤ ਜਵਾਹਰ ਲਾਲ ਨਹਿਰੂ ਦਾ ਵਿਚਾਰ ਹੈ ਕਿ ਭਾਰਤੀ ਕਲਾ ਭਾਰਤ ਦੇ ਧਰਮ ਅਤੇ ਦਰਸ਼ਨ ਨਾਲ ਇੰਨੀ ਸੰਬੰਧਿਤ ਹੈ ਕਿ ਇਹਨਾਂ ਨੂੰ ਸਮਝੇ ਬਿਨਾਂ ਭਾਰਤੀ ਕਲਾ ਨੂੰ ਜਾਣਨਾ ਕਠਿਨ ਹੈ। ਇਹਦੇ ਵਿੱਚ ਪੰਡਿਤ ਨਹਿਰੂ ਦਾ ਵਿਚਾਰ ਇਹ ਹੈ ਕਿ ਸਾਡੀ ਜਿਹੜੀ ਭਾਰਤ ਵਿੱਚ ਕਲਾ ਗੀ ਉਹ ਧਰਮ ਅਤੇ ਦਰਸ਼ਨ ਨਾਲ ਜ਼ਿਆਦਾ ਸੰਬੰਧਿਤ ਆ, ਇਸ ਕਰਕੇ ਧਰਮ ਨੂੰ ਅਤੇ ਦਰਸ਼ਨ ਨੂੰ ਜਾਣੇ ਬਿਨਾਂ ਅਸੀਂ ਭਾਰਤ ਦੀ ਕਲਾ ਬਾਰੇ ਨਹੀਂ ਜਾਣ ਸਕਦੇ। ਇਹ ਕਠਿਨ ਹੈ, ਥੋੜ੍ਹਾ ਜਿਹਾ ਮੁਸ਼ਕਿਲ ਹੈ। ਸੋ ਅੱਗੇ ਲਿਖਿਆ ਹੋਇਆ ਭਾਰਤੀ ਕਲਾ ਦਾ ਆਰੰਭ, ਭਾਰਤੀ ਕਲਾ ਦੀ ਸ਼ੁਰੂਆਤ ਕਿਵੇਂ ਹੋਈ, ਇਸ ਪੁਆਇੰਟ ਦੇ ਵਿੱਚ ਦਿੱਤਾ ਹੋਇਆ, ਲਿਖਿਆ ਹੋਇਆ ਭਾਰਤੀ ਕਲਾ ਦਾ ਆਰੰਭ ਵੇਦਾਂ ਅਤੇ ਆਰੀਆ ਲੋਕਾਂ ਦੇ ਆਉਣ ਤੋਂ ਬਹੁਤ ਮਗਰੋਂ ਹੋਇਆ ਹੈ, ਕਿਉਂਕਿ ਆਰੀਆ ਲੋਕ ਸ਼ਕਤੀਆਂ ਦੀ ਪੂਜਾ ਤਾਂ ਕਰਦੇ ਸਨ ਪਰ ਮੰਦਰਾਂ ਅਤੇ ਮੂਰਤੀਆਂ ਦੀ ਲੋੜ ਨਹੀਂ ਸਨ ਰੱਖਦੇ। ਇਸ ਦੇ ਬਾਵਜੂਦ ਅਤੇ ਅਨੇਕਾਂ ਤਬਾਹੀਆਂ ਅਤੇ ਅੰਦੋਲਨਾਂ ਦੇ ਬਾਵਜੂਦ ਭਾਰਤ ਬੜੇ ਸੁੰਦਰ ਮੰਦਰਾਂ, ਬੁੱਤਾਂ ਅਤੇ ਮੂਰਤੀਆਂ ਨਾਲ ਭਰਿਆ ਪਿਆ ਹੈ। ਇਸੇ ਪ੍ਰਕਾਰ ਦੀ ਕਲਾ ਦਾ ਵਿਕਾਸ ਹੀ ਇੰਡੋਨੇਸ਼ੀਆ, ਕੋਰੀਆ ਅਤੇ ਜਾਪਾਨ ਵਿੱਚ ਹੋਇਆ ਦਿਖਾਈ ਦਿੰਦਾ ਹੈ। ਉਦੇਸ਼ ਦੇ ਵਿੱਚ ਕੀ ਲਿਖਿਆ ਹੋਇਆ, ਇਹਨਾਂ ਬੁੱਤਾਂ ਅਤੇ ਮੂਰਤੀਆਂ ਨੂੰ ਬਣਾਉਣ ਵਾਲਿਆਂ ਨੇ ਇਹਨਾਂ ਰਾਹੀਂ ਦੇਵੀ ਦੇਵਤਿਆਂ ਦੇ ਕਾਰਜਾਂ ਅਤੇ ਉਹਨਾਂ ਵੱਲੋਂ ਮਿਲਦੇ ਲਾਭ ਨੂੰ ਰੂਪਮਾਨ ਕੀਤਾ ਹੈ ਅਤੇ ਸਵਰਗ ਦਾ ਰਾਹ ਲੱਭਣ ਦਾ ਉਦੇਸ਼ ਸਾਡੇ ਸਾਹਮਣੇ ਰੱਖ ਕੇ ਭਾਰਤ ਦੇ ਇੱਕ ਪਰੰਪਰਾਵਾਦੀ ਦੇਸ਼ ਹੋਣ ਕਰਕੇ ਕਲਾਕਾਰਾਂ ਦਾ ਮੁੱਖ ਉਦੇਸ਼ ਇੱਥੋਂ ਦੀ ਕਲਾ ਦੀ ਰੀਤੀ ਅਤੇ ਨਿਯਮਾਂ ਦੀ ਪਾਲਣਾ ਹੀ ਰਿਹਾ ਹੈ, ਨਾ ਕਿ ਆਪਣੇ ਮਨ ਦੀ ਪ੍ਰਸੰਨਤਾ। ਸੋ ਅਗਲਾ ਪੁਆਇੰਟ ਭਾਰਤੀ ਕਲਾ ਦਾ ਬਾਹਰੀ ਦੁਨੀਆ ਨਾਲੋਂ ਨਿਖੇੜ। ਸੋ ਲਿਖਿਆ ਹੋਇਆ ਪ੍ਰੋਫੈਸਰ ਰਾਧਾ ਕੁਮੁਦ ਮੁਖਰਜੀ ਦੱਸਦੇ ਹਨ ਕਿ ਭਾਰਤੀ ਧਰਮ ਭਾਵੇਂ ਰੂਪ ਰਹਿਤ ਈਸ਼ਵਰ ਨਾਲ ਸੰਬੰਧਿਤ ਹੈ, ਪਰ ਉਸ ਦੀ ਪੂਜਾ ਅਤੇ ਧਿਆਨ ਜੀਵਨ ਲਈ ਤਦੋਂ ਤੋਂ ਹੀ ਸੰਭਵ ਹੈ ਜਦੋਂ ਉਸ ਨੂੰ ਕੋਈ ਰੂਪ ਦੇ ਦਿੱਤਾ ਜਾਵੇ। ਇਸੇ ਕਰਕੇ ਭਾਰਤੀ ਧਰਮ ਨੇ ਕਲਾ ਨੂੰ ਉਪਜਾਇਆ ਹੈ। ਇਸ ਤਰ੍ਹਾਂ ਭਾਰਤੀ ਧਰਮ ਆਪਣੇ ਆਦਰਸ਼ ਤੋਂ ਉਲਟ ਮੂਰਤੀ ਪੂਜਾ ਵੱਲ ਨੂੰ ਲੈ ਗਿਆ ਹੈ। ਫਲਸਰੂਪ ਪੁਰਾਤਨ ਦੇਵਤਿਆਂ, ਯਕਸ਼ ਅਤੇ ਨਾਗ, ਚੀਚਕ ਦੀ ਮਾਤਾ, ਜੰਗਲੀ ਦੈਂਤ, ਪਸ਼ੂ, ਘੰਟੀਆਂ ਵਾਲੀ ਸ਼ੇਰਨੀ, ਧ੍ਰਿਤਰਾਸ਼ਟਰ, ਵਿਰੁਦਕ, ਵਿਰੂਪਕਸ਼, ਕੁਬੇਰ, ਸੂਰਜ, ਯਮ, ਵਰੁਣ, ਇੰਦਰ, ਸੋਮ, ਗੰਧਰਵ, ਗਰੁੜ ਆਦਿ ਨੂੰ ਮੂਰਤੀਆਂ ਰਾਹੀਂ ਦਰਸਾਇਆ ਗਿਆ ਹੈ। ਇਹਨਾਂ ਮੂਰਤੀਆਂ ਰਾਹੀਂ ਕਾਲਪਨਿਕ ਪ੍ਰਾਸਰੀਰਕ ਵਿਅਕਤੀਆਂ ਨੂੰ ਰੂਪਮਾਨ ਕੀਤਾ ਗਿਆ ਹੈ ਅਤੇ ਕਈ ਸਿਰਾਂ, ਬਾਹਾਂ ਅਤੇ ਘੰਟੀਆਂ ਵਾਲੀਆਂ ਦੇਵਤਿਆਂ ਅਤੇ ਪਸ਼ੂਆਂ ਦੀਆਂ ਮੂਰਤੀਆਂ ਬਣੀਆਂ ਹਨ। ਪ੍ਰੋਫੈਸਰ ਦੇਸ਼ਗੁਪਤਾ ਲਿਖਦੇ ਹਨ ਕਿ ਯੂਨਾਨੀ ਦੇਵਤੇ ਆਦਰਸ਼ਕ ਪੂਰਨਤਾ ਤੱਕ ਪਹੁੰਚੇ ਹੋਏ ਮਨੁੱਖ ਦੇ ਰੂਪ ਵਿੱਚ ਦਿਖਾਏ ਗਏ ਹਨ, ਪਰੰਤੂ ਭਾਰਤ ਵਿਚਲੇ ਦੇਵਤਿਆਂ ਦੇ ਮਨੁੱਖੀ ਰੂਪ ਸਦਾ ਮਨੁੱਖੀ ਸ਼ਕਲਾਂ ਦੇ ਅਨੁਸਾਰ ਹੀ ਨਹੀਂ,
ਇਸ ਕਰਕੇ ਦੁਰਗਾ ਦੇਵੀ 10 ਬਾਹਾਂ ਵਾਲੀ, ਸ਼ਿਵ 5 ਮੁਖਾਂ ਵਾਲਾ ਤੇ ਬ੍ਰਹਮਾ 4 ਸਿਰਾਂ ਵਾਲਾ ਪੇਸ਼ ਕੀਤਾ ਗਿਆ ਹੈ। ਇਸ ਦਾ ਭਾਵ ਇਹ ਨਹੀਂ ਕਿ ਭਾਰਤੀ ਕਲਾਕਾਰਾਂ ਨੂੰ ਸਰੀਰਕ ਬਣਤਰ ਦੇ ਨਿਯਮਾਂ ਦਾ ਗਿਆਨ ਨਹੀਂ ਸੀ। ਅਸਲ ਵਿੱਚ ਭਾਰਤੀ ਕਲਾਕਾਰਾਂ ਦਾ ਯਤਨ ਤੇ ਪ੍ਰਸੰਨਤਾ ਇਹੋ ਰਹੀ ਹੈ ਕਿ ਉਹ ਸਮੇਂ ਅਤੇ ਸਥਾਨ ਦੀਆਂ ਹੱਦਾਂ ਤੋਂ ਪਾਰ ਦਾ ਸੱਚ ਨੂੰ ਦ੍ਰਿਸ਼ਟਮਾਨ ਕਰਨ। ਕਲਾਕ੍ਰਿਤ ਪ੍ਰਕਿਰਤੀ ਦੀ ਨਿਰੀ ਨਕਲ ਨਹੀਂ ਹੁੰਦੀ, ਸਗੋਂ ਕਲਾਕਾਰ ਉਸ ਵਿੱਚ ਆਪਣਾ ਨਿਜਤਵ ਘੋਲ ਕੇ ਵਸਤੂ ਦੇ ਸੱਚ ਅਤੇ ਭਾਵ ਨੂੰ ਆਪਣੀ ਆਤਮਿਕ ਦ੍ਰਿਸ਼ਟੀ ਨਾਲ ਪੇਸ਼ ਕਰਦਾ ਹੈ। ਸੋ ਅਗਲਾ ਪੁਆਇੰਟ, ਭਗਵਾਨ ਵਿਸ਼ਨੂੰ ਦਾ ਬੁੱਤ ਲਿਖਿਆ ਹੋਇਆ। ਉਦਾਹਰਨ ਲਈ ਇੱਕ ਪ੍ਰਸਿੱਧ ਬੁੱਤ ਲਵੋ ਜਿਸ ਵਿੱਚ ਭਗਵਾਨ ਵਿਸ਼ਨੂੰ ਸਮੁੰਦਰ ਵਿੱਚ 1000 ਸਿਰਾਂ ਵਾਲੇ ਸ਼ੇਸ਼ਨਾਗ ਦੇ ਸਰੀਰ ਉੱਤੇ ਮਗਨ ਸੁੱਤੇ ਪਏ ਹਨ। ਭਗਵਾਨ ਵਿਸ਼ਨੂੰ ਦੀ ਨਾਭੀ ਵਿੱਚੋਂ ਇੱਕ ਕੰਵਲ ਫੁੱਲ ਦੀ ਡੰਡੀ ਉੱਠ ਰਹੀ ਹੈ ਜਿਸ ਵਿੱਚ 4 ਸਿਰਾਂ ਵਾਲੇ ਬ੍ਰਹਮਾ ਜੀ ਬਿਰਾਜਮਾਨ ਹਨ। ਕੋਲ ਹੀ ਲਕਸ਼ਮੀ ਸ਼ਾਂਤ ਬੈਠੀ ਹੈ। ਇਸ ਵਿੱਚ ਸ਼ੇਸ਼ਨਾਗ ਸਰਬ ਸੰਸਾਰ ਅਤੇ ਉਸ ਅਨੰਤਤਾ ਦਾ ਸੂਚਕ ਹੈ ਜੋ ਸਾਰੇ ਸੰਸਾਰ ਵਿੱਚ ਵੰਡੀ ਜਾਂਦੀ ਹੈ। ਭਗਵਾਨ ਵਿਸ਼ਨੂੰ ਮਗਨ ਹਨ। ਵਿਸ਼ਨੂੰ ਤੇ ਲਕਸ਼ਮੀ ਦਾ ਇਕੱਠੇ ਹੋਣਾ ਉਤਪੱਤੀ ਦਾ ਚਿੰਨ੍ਹ ਹੈ। ਲਕਸ਼ਮੀ ਪ੍ਰਕਿਰਤੀ ਦਾ ਚਿੰਨ੍ਹ ਹੈ, ਬ੍ਰਹਮਾ ਉਤਪੱਤੀ ਦਾ ਦੇਵਤਾ ਹੈ, ਕੰਵਲ ਫੁੱਲ ਵਿਕਾਸ ਦਾ ਚਿੰਨ੍ਹ ਹੈ। ਇਸ ਪ੍ਰਕਾਰ ਭਾਰਤ ਦੀ ਪੁਰਾਣੀ ਕਲਾ ਵਿੱਚ ਦਰਸ਼ਨ ਨੂੰ ਹੀ ਰੂਪਮਾਨ ਕੀਤਾ ਗਿਆ ਹੈ। ਅਮਰਾਵਤੀ ਤੇ ਅਜੰਤਾ ਵਿੱਚ ਮਿਲੇ ਚਿੱਤਰ ਵੀ ਸਮਾਧੀ ਤੇ ਏਕਤਾ ਦਾ ਪ੍ਰਭਾਵ ਪਾਉਂਦੇ ਹਨ। ਬੁੱਧ ਜਾਤਕਾਂ ਦੇ ਚਿੱਤਰ ਨਾਟਕੀ ਹਨ। ਹਾਂਜੀ, ਅੱਗੇ ਅਗਲਾ ਪੁਆਇੰਟ, ਨਗਨਤਾ। ਬਹੁਤ ਸਾਰੇ ਵਿਦਵਾਨਾਂ ਦਾ ਵਿਚਾਰ ਹੈ ਕਿ ਭਾਰਤੀ ਕਲਾਕਾਰ ਬੁੱਤ ਜਾਂ ਮੂਰਤੀਆਂ ਬਿਨਾਂ ਕਿਸੇ ਮਾਡਲ ਤੋਂ ਬਣਾਉਂਦੇ ਸਨ। ਨਗਨ ਮੂਰਤੀਆਂ ਵਿੱਚ ਭਾਵੇਂ ਬੜੀ ਖੁੱਲ੍ਹ ਹੈ ਪਰ ਉਹ ਨਗਨਤਾ ਲਈ ਨਹੀਂ ਬਣਾਈਆਂ ਗਈਆਂ, ਸਗੋਂ ਕਿਸੇ ਹੋਰ ਵਿਚਾਰ ਦਾ ਚਿੰਨ੍ਹ ਜਾਂ ਸੰਕੇਤ ਹਨ। ਕਈ ਵਿਦਵਾਨ ਪੱਥਰ ਦੀ ਘਾਟ ਵਿਦਿਆ ਅਤੇ ਚਿੱਤਰਕਾਰੀ ਲਈ ਨਗਨਤਾ ਨੂੰ ਜ਼ਰੂਰੀ ਮੰਨਦੇ ਹਨ। ਹਾਂਜੀ, ਅੱਗੇ ਲਿਖਿਆ ਹੋਇਆ, ਕਲਾ ਦੇ 4 ਤੱਤ। ਹਾਂਜੀ, ਕਲਾ ਦੇ 4 ਤੱਤ ਹੁੰਦੇ ਆ ਇਸ ਲੇਖ ਦੇ ਹਿਸਾਬ ਨਾਲ। ਭਾਰਤ ਵਿੱਚ ਕਲਾ ਲਈ 4 ਵਿਸ਼ੇਸ਼ ਤੱਤ ਮੰਨੇ ਜਾਂਦੇ ਹਨ ਜੋ ਕਿ ਹੇਠ ਲਿਖੇ ਹਨ। ਪਹਿਲਾ ਹੈ ਵਿਭਾਵ। ਜਿਸ ਮੰਤਵ ਲਈ ਕੋਈ ਸੌਂਦਰਯ ਰਚਨਾ ਕੀਤੀ ਜਾਵੇ ਉਹਨੂੰ ਕੀ ਕਹਿੰਦੇ ਆ? ਵਿਭਾਵ। ਹਾਂਜੀ, ਅੱਗੇ ਦੂਸਰਾ ਤੱਤ ਅਨੁਭਾਵ। ਸੁਤੰਤਰਤਾ ਰਚਨਾ ਵਿੱਚ ਸਹਾਈ ਹੋਣ ਲਈ ਜਾਣ ਬੁੱਝ ਕੇ ਕੀਤੇ ਕਾਰਜ। ਹਾਂਜੀ, ਅੱਗੇ ਤੀਸਰਾ ਤੱਤ ਭਾਵ। ਇਹਨਾਂ ਵਿੱਚ 33 ਭਾਵ ਜਾਂ ਉਹ ਮਾਨਸਿਕ ਰੁਚੀਆਂ ਸ਼ਾਮਿਲ ਹਨ ਜੋ ਸਾਡੇ ਮਨ ਵਿੱਚ ਪੈਦਾ ਹੁੰਦੀਆਂ ਹਨ। ਇਹਨਾਂ ਵਿੱਚੋਂ 9 ਸਥਾਈ ਭਾਵ ਹਨ ਜਿਨ੍ਹਾਂ ਨੂੰ 9 ਰਸਾਂ ਦਾ ਰੂਪ ਦਿੱਤਾ ਗਿਆ ਹੈ। ਚੌਥਾ ਭਾਵ ਸਤਿ ਭਾਵ। ਇਹ ਉਹ ਜਜ਼ਬਾਤੀ ਅਵਸਥਾਵਾਂ ਹਨ ਜੋ ਆਪ ਮੁਹਾਰੇ ਸਾਡੇ ਵਿੱਚ ਪੈਦਾ ਹੋ ਕੇ ਸਾਨੂੰ ਕਲਾ ਰਚਨਾ ਲਈ ਪ੍ਰੇਰਦੀਆਂ ਹਨ। ਇਸੇ ਤਰ੍ਹਾਂ ਭਾਰਤੀ ਕਲਾ ਦੇ ਨਿਯਮਾਂ ਅਨੁਸਾਰ ਸੁਹਜ ਸਵਾਦ ਦਾ ਅਨੁਭਵ ਇੱਕ ਤਰ੍ਹਾਂ ਨਾਲ ਰਸ ਹੈ ਜੋ ਕਿ ਰਸਿਕ ਪ੍ਰਤੀਤ ਹੁੰਦਾ ਹੈ। ਰਸਕਿਨ, ਮਿਕਾਇਲ ਐਂਜਲੋ, ਡਾਂਟੇ ਆਦਿ ਯੂਰਪ ਦੇ ਬਹੁਤ ਸਾਰੇ ਵਿਦਵਾਨ ਵੀ ਇਸ ਗੱਲ ਨਾਲ ਸਹਿਮਤ ਹਨ ਕਿ ਜੀਵਨ ਦੀ ਨਿਰੀ ਨਕਲ ਹੀ ਕਲਾ ਨਹੀਂ, ਸਗੋਂ ਇਸ ਵਿੱਚ ਸਿਰਜਣਹਾਰ ਸ਼ਕਤੀ ਨਾਲ ਇਕਸੁਰ ਹੋ ਕੇ ਦਿਸਦੇ ਸੰਸਾਰ ਦੀ ਲੁਕਵੀਂ ਸ਼ਕਤੀ ਨੂੰ ਪ੍ਰਗਟਾਉਣਾ ਹੀ ਕਲਾ ਦਾ ਮਹਾਨ ਕਰਤੱਵ ਹੈ। ਭਾਰਤ ਦੀ ਕਲਾ ਵਿੱਚ ਇਹੋ ਯਤਨ ਹੀ ਪ੍ਰਧਾਨ ਰਿਹਾ ਹੈ। ਹਾਂਜੀ, ਅਗਲਾ ਪੁਆਇੰਟ, ਭਾਰਤੀ ਕਲਾ ਦਾ ਇਤਿਹਾਸ। ਪਹਿਲ ਭਾਰਤੀ ਕਲਾ ਪੱਥਰ ਉੱਪਰ ਉਪਜਦੀ ਰਹੀ ਤੇ ਫਿਰ ਤਾਂਬੇ ਦੀਆਂ ਮੂਰਤੀਆਂ ਵਿੱਚ। ਉੱਤਰੀ ਮੱਧ ਹਿੰਦ ਦੀਆਂ ਗੁਫਾਵਾਂ, ਮਿਰਜ਼ਾਪੁਰ ਅਤੇ ਹੋਸ਼ੰਗਾਬਾਦ ਦੀਆਂ ਮੂਰਤੀਆਂ ਵਿੱਚ ਬਹੁਤ ਸਾਰੇ ਸ਼ਿਕਾਰ ਦੇ ਚਿੱਤਰ ਹਨ। ਹੜੱਪਾ ਤੇ ਮੋਹਿੰਜੋਦਾਰੋ ਵਿੱਚ ਮਿਲੇ ਪੱਥਰ ਤੇ ਤਾਂਬੇ ਦੇ ਹਥਿਆਰਾਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿੱਚ 3000 ਈਸਾ ਪੂਰਵ ਵਿੱਚ ਸ਼ਸਤਰ ਬਣਾਉਣ ਦੀ ਕਲਾ ਅਤੇ ਚਿੱਤਰਕਾਰੀ ਦੀ ਵਿੱਦਿਆ ਮੌਜੂਦ ਸੀ। ਇੱਥੋਂ ਲੱਭੇ ਗਏ ਭਾਂਡਿਆਂ ਤੇ ਮੋਹਰਾਂ ਉੱਪਰ ਅਜਿਹੀ ਚਿੱਤਰਕਾਰੀ ਮਿਲਦੀ ਹੈ। ਹਾਂਜੀ, ਈਸਾ ਪੂਰਵ ਦਾ ਮਤਲਬ 3000 ਈਸਾ ਪੂਰਵ ਦਾ ਮਤਲਬ ਹੁੰਦਾ ਵੀ ਪੂਰਵ ਦਾ ਮਤਲਬ ਹੁੰਦਾ ਪਹਿਲਾਂ। ਅਸ਼ੋਕ ਤੇ ਮੌਰੀਆ ਵੰਸ਼ ਦਾ ਸਮਾਂ। ਅਸ਼ੋਕ ਤੇ ਮੌਰੀਆ ਵੰਸ਼ ਦੇ ਰਾਜ ਸਮੇਂ ਪਹਿਲੀ ਵਾਰੀ ਇਮਾਰਤਾਂ ਅਤੇ ਬੁੱਤ ਬਣਨੇ ਆਰੰਭ ਹੋ ਗਏ। ਪਾਟਲੀਪੁੱਤਰ ਦੇ ਵੱਡੇ ਮਹਿਲ ਵਿਚਲੇ 6 ਥੰਮ ਉਸ ਸਮੇਂ ਦੀ ਕਲਾ ਦਾ ਉੱਤਮ ਨਮੂਨਾ ਹਨ। ਇਹ ਕਲਾ ਸਾਰਨਾਥ ਵਿੱਚ ਬਣੇ 50 ਫੁੱਟ ਉੱਚੇ ਸਤੰਭ ਵਿੱਚ ਆਪਣੇ ਸਿਖਰ ਉੱਤੇ ਪੁੱਜੀ ਦਿਸਦੀ ਹੈ। ਇਸ ਤੋਂ ਬਿਨਾਂ ਅਸ਼ੋਕ ਦੇ ਸਮੇਂ
ਹੋਰ ਸਤੰਭ ਵੀ ਮਿਲਦੇ ਹਨ। ਸਰ ਜੌਨ ਮਾਰਸ਼ਲ ਨੇ ਇਹਨਾਂ ਨੂੰ ਸਟਾਈਲ ਅਤੇ ਤਕਨੀਕ ਵਿੱਚ ਮਾਸਟਰਪੀਸ ਮੰਨਿਆ ਹੈ ਤੇ ਇਸ ਨੂੰ ਪੁਰਾਤਨ ਸੰਸਾਰ ਦੀ ਕਲਾ ਦੇ ਸਭ ਤੋਂ ਉੱਤਮ ਨਮੂਨੇ ਦੱਸਿਆ ਹੈ। ਪ੍ਰਸਿੱਧ ਇਤਿਹਾਸਕਾਰ ਵਿਨਸੈਂਟ ਸਮਿਥ ਨੇ ਇਹਨਾਂ ਦੀ ਕਲਾ ਨੂੰ ਪੂਰਨਤਾ ਤੱਕ ਪੁੱਜੀ ਹੋਈ ਦੱਸਦਿਆਂ ਕਿਹਾ ਹੈ ਕਿ ਆਧੁਨਿਕ ਸਮੇਂ ਦਾ ਕੋਈ ਵੀ ਕਾਰੀਗਰ ਅਜਿਹਾ ਨਹੀਂ ਕਰ ਸਕਦਾ। ਹਾਂਜੀ, ਅੱਗੇ ਅਗਲਾ ਪੁਆਇੰਟ 12 ਬਾਰ ਤੇ ਨਾਗ ਰਜਨੀ ਦੇ ਮੱਠ। ਇਹਨਾਂ ਮੱਠਾਂ ਨੂੰ ਬਣਾਉਣ ਲਈ 50,000 ਫੁੱਟ ਉੱਚੇ ਤੇ 1400 ਮਣ ਦੇ ਪੱਥਰ 500 ਮੀਲ ਤੋਂ ਲਿਆਂਦੇ ਗਏ ਹਨ। ਇਹਨਾਂ ਥੰਮਾਂ ਉੱਤੇ ਕਿਤੇ ਹਾਥੀ ਦੀ ਮੂਰਤੀ ਹੈ ਤੇ ਕਿਤੇ ਸ਼ੇਰ ਦੀ, ਜੋ ਕਿ ਸੰਕੇਤਕ ਹੈ। ਮਹਾਰਾਜਾ ਅਸ਼ੋਕ ਦੇ ਸਮੇਂ ਤਕਸ਼ਸ਼ਿਲਾ ਵਿੱਚ ਬੁੱਤ ਘਾੜਿਆਂ ਨੇ ਮਹਾਤਮਾ ਬੁੱਧ ਦਾ ਸਾਰਾ ਜੀਵਨ ਹੀ ਮੂਰਤੀਆਂ ਵਿੱਚ ਚਿੱਤਰ ਦਿੱਤਾ ਹੈ। ਅਜਿਹੇ ਅਨੇਕ ਸਤੰਭ ਤੇ ਮੂਰਤੀਆਂ ਇਲਾਹਾਬਾਦ ਤੇ ਮਥੁਰਾ ਆਦਿ ਸਥਾਨਾਂ ਤੇ ਮਿਲਦੀਆਂ ਹਨ। ਇਸ ਤਰ੍ਹਾਂ ਭਾਰਤੀ ਕਲਾ ਵਿੱਚ ਬ੍ਰਾਹਮਣ ਅਤੇ ਆਰੀਆ ਮੱਤ ਦੇ ਸੰਕੇਤਕਾਂ ਦੀ ਥਾਂ ਬੁੱਧ ਮੱਤ ਦੇ ਸੰਕੇਤ ਪ੍ਰਵੇਸ਼ ਕਰ ਗਏ। ਗੁਪਤ ਕਾਲ ਦੇ ਨੇੜੇ ਜਦੋਂ ਬ੍ਰਾਹਮਣ ਮੱਤ ਪ੍ਰਧਾਨ ਹੋਇਆ ਤਾਂ ਸਿੱਕਿਆਂ ਉੱਤੇ ਹਿੰਦੂ ਮੂਰਤੀਆਂ ਬਣਨ ਲੱਗੀਆਂ। 5ਵੀਂ ਸਦੀ ਤੱਕ ਦੀਆਂ ਮੂਰਤੀਆਂ ਤੇ ਸਿੱਕਿਆਂ ਉੱਪਰ ਉੱਭਰੇ ਚਿੱਤਰਾਂ ਵਿੱਚ ਸੂਖਮਤਾ ਤੇ ਸੌਂਦਰਯ ਵਧੇਰੇ ਹੈ। ਸੌਂਦਰਯ ਮਤਲਬ ਹੁੰਦਾ ਸੁੰਦਰਤਾ। ਇਸ ਸਮੇਂ ਦੀ ਕਲਾ ਰਚਨਾ ਵਿੱਚ ਵੈਸ਼ਨਵ ਮੱਤ, ਸ਼ੈਵ ਮੱਤ, ਸ਼ਕਤੀ ਪੂਜਾ ਤੇ ਮਹਾਯਾਨ ਬੁੱਧ ਮੱਤ ਦੇ ਪੂਜਨਿਕ ਵਿਅਕਤੀਆਂ ਤੇ ਬੁੱਤ ਤੇ ਮੂਰਤੀਆਂ ਸ਼ਾਮਿਲ ਹਨ। ਹਾਂਜੀ, ਅੱਗੇ ਅਗਲਾ ਪੁਆਇੰਟ ਦਿੱਤਾ ਹੋਇਆ ਆਂਧਰ ਵੰਸ਼। ਆਂਧਰ ਵੰਸ਼ ਦੇ ਸਮੇਂ ਅਮਰਾਵਤੀ ਦਾ ਵੱਡਾ ਸਤੰਭ ਬਣਿਆ। ਆਂਧਰ ਰਾਜਾ ਦੁਆਰਾ ਬਣਾਈਆਂ ਕਲਾ ਵਸਤਾਂ ਵਿੱਚ ਸੁਭਾਵਿਕਤਾ ਦੀ ਥਾਂ ਸਜਾਵਟ ਵਧੇਰੇ ਹੈ। ਇਸ ਸਮੇਂ ਕਲਾ ਦੀ ਨਿਯਮਕ, ਸ਼ਾਂਤ ਰਸ ਵਾਲੀ, ਗੰਭੀਰ ਪਰ ਭਾਵਾਂ ਨੂੰ ਉਤੇਜਿਤ ਕਰਨ ਵਾਲੀ ਹੈ। ਮਥੁਰਾ ਤੇ ਸਾਰਨਾਥ ਵਿੱਚ ਇਸ ਕਲਾ ਦੇ ਨਮੂਨੇ ਦੇਖੇ ਜਾ ਸਕਦੇ ਹਨ। ਇਸ ਤੋਂ ਬਿਨਾਂ ਸੁਲਤਾਨਗੰਜ ਤੋਂ ਮਿਲੀ 30 ਮਣ ਭਾਰੀ ਤਾਂਬੇ ਦੀ ਮੂਰਤੀ ਇਸ ਸਮੇਂ ਇੰਗਲੈਂਡ ਵਿੱਚ ਹੈ। ਇਸੇ ਤਰ੍ਹਾਂ ਬੁੰਦੇਲਖੰਡ ਤੋਂ ਸ਼ਿਵਾਲਿਕ ਤੇ ਦੁਰਗਾ ਦੀਆਂ ਮੂਰਤੀਆਂ ਮਿਲੀਆਂ। ਅਲੌਰਾ ਤੋਂ ਵਿਸ਼ਨੂੰ ਤੇ ਵਰਾਹ ਅਵਤਾਰ ਦੇ ਬੁੱਤ ਮਿਲੇ ਹਨ। ਹਾਂਜੀ, ਅੱਗੇ ਅਗਲਾ ਪੁਆਇੰਟ ਹਰਸ਼ਵਰਧਨ ਦਾ ਸਮਾਂ। ਹਰਸ਼ਵਰਧਨ ਦੇ ਸਮੇਂ ਦੀ ਕਲਾ ਨਾਲੰਦਾ ਵਿਸ਼ਵ ਵਿਦਿਆਲੇ ਵਿੱਚ ਦੇਖੀ ਜਾ ਸਕਦੀ ਹੈ, ਜਿਸ ਵਿੱਚ ਇੱਕ ਤਰ੍ਹਾਂ ਨਾਲ ਗੁਪਤ ਸਮੇਂ ਦੀ ਕਲਾ ਸੁਰਜੀਤ ਹੋਈ ਹੈ। ਹਾਂਜੀ, ਅੱਗੇ ਅਗਲਾ ਪੁਆਇੰਟ 6ਵੀਂ ਸਦੀ ਤੋਂ 9ਵੀਂ ਸਦੀ ਦਾ ਸਮਾਂ। ਇਹਨਾਂ 3 ਸਦੀਆਂ ਵਿੱਚ ਪੁਰਾਣਕ ਕਥਾਵਾਂ ਨੂੰ ਸੁਰਜੀਤ ਕਰਨ ਦਾ ਰਿਵਾਜ ਰਿਹਾ ਹੈ। ਮੁੰਬਈ ਕੋਲ ਵੀਰੂਪਾਕਸ਼ਾ ਮੰਦਰ ਤੇ ਅਲੀਪੋਲ ਦੀਆਂ ਛੱਤਾਂ ਇਸੇ ਕਲਾ ਦਾ ਨਮੂਨਾ ਹਨ। ਔਰੰਗਾਬਾਦ ਤੇ ਐਲੋਰਾ ਵਿੱਚ 10 ਅਵਤਾਰ ਤੇ ਰਾਵਣ ਦੇ ਖੈਰ ਨੂੰ ਮੂਰਤੀਆਂ ਵਿੱਚ ਰੂਪਮਾਨ ਕੀਤਾ ਗਿਆ ਹੈ। ਕਸ਼ਮੀਰ ਵਿੱਚ ਵੀ ਇਸ ਕਾਲ ਦੀ ਕਲਾ ਦੇ ਨਮੂਨੇ ਮੌਜੂਦ ਹਨ। ਅਵਾਂਤੀਪੁਰੇ ਦੇ ਢੱਠੇ ਹੋਏ ਮੰਦਰਾਂ ਦੇ ਪੱਥਰ ਵੀ ਪੁਰਾਣਕ ਕਥਾਵਾਂ ਦੀਆਂ ਮੂਰਤੀਆਂ ਨਾਲ ਭਰੇ ਹੋਏ ਹਨ। ਇੱਥੇ ਇੱਕੋ ਪੱਥਰ ਵਿੱਚ ਬਣਾਏ ਥੰਮ ਕੰਧਾਂ ਉੱਤੇ ਉਹਨਾਂ ਉੱਪਰ ਬਣੀਆਂ ਮੂਰਤੀਆਂ ਨੂੰ ਦੇਖ ਕੇ ਅਕਲ ਦੰਗ ਰਹਿ ਜਾਂਦੀ ਹੈ। ਇਹਨਾਂ ਬੁੱਤਾਂ ਦੇ ਨੇੜਿਓਂ ਹੀ ਵਿਸ਼ਨੂੰ, ਸ਼ਿਵ, 3 ਸਿਰਾਂ ਵਾਲੇ ਮਹੇਸ਼ ਤੇ ਬੁੱਧ ਦੀਆਂ ਮੂਰਤੀਆਂ ਮਿਲੀਆਂ ਹਨ। ਇਸ ਤਰ੍ਹਾਂ ਭਾਰਤੀ ਕਲਾ ਕਸ਼ਮੀਰ ਤੋਂ ਲੈ ਕੇ ਦੱਖਣ ਦੇ ਸਮੁੰਦਰੀ ਕਿਨਾਰਿਆਂ ਤੱਕ ਫੈਲੀ ਰਹੀ ਹੈ। ਉਸ ਤੋਂ ਪਾਰ ਪ੍ਰਦੇਸ਼ਾਂ ਤੱਕ ਵੀ ਜਾ ਪੁੱਜੀ ਸੀ। ਅੱਜ ਲਖਨਊ, ਕਲਕੱਤੇ ਤੇ ਬੈਂਕਾਕ ਆਦਿ ਦੇ ਅਜਾਇਬ ਘਰਾਂ ਵਿੱਚ ਭਾਰਤ ਦੀ ਕਲਾ ਦੇ ਸੰਗ੍ਰਹਿ ਇਕੱਤਰ ਹੋਏ ਪਏ ਹਨ। ਹਾਂਜੀ, ਅੱਗੇ ਅਗਲਾ ਪੁਆਇੰਟ 850 ਈਸਵੀ ਤੋਂ ਪਿੱਛੋਂ। ਸੋ ਇਹਦੇ ਵਿੱਚ ਲਿਖਿਆ ਹੋਇਆ 850 ਈਸਵੀ ਤੋਂ ਪਿੱਛੋਂ ਭਾਰਤੀ ਕਲਾ ਵਿੱਚ ਕੋਈ ਖਾਸ ਵਾਧਾ ਤੇ ਨਹੀਂ ਹੋਇਆ, ਪਰ ਕੁਝ ਵਿਸ਼ੇਸ਼ ਲੱਛਣ ਜ਼ਰੂਰ ਪ੍ਰਗਟ ਹੋਏ ਹਨ। ਇਸ ਕਾਲ ਵਿੱਚ ਚਿੱਤਰ ਵਿੱਚ ਲਕੀਰਾਂ ਦੀ ਸਜਾਵਟ ਵਧੀ, ਪਰ ਉਹ ਸਪਸ਼ਟ ਨਾ ਰਹੇ। ਇਸ ਕਾਲ ਵਿੱਚ ਬਹੁਤੀਆਂ ਬਾਹਾਂ ਵਾਲੀਆਂ ਮੂਰਤੀਆਂ ਬਣੀਆਂ। ਬੰਗਾਲ, ਬਿਹਾਰ, ਉੜੀਸਾ ਵਿੱਚ ਇਸ ਦੇ ਨਮੂਨੇ ਮਿਲਦੇ ਹਨ। ਇਸ ਤੋਂ ਬਿਨਾਂ ਤਿੱਬਤ, ਨੇਪਾਲ, ਬਰਮਾ ਵਿੱਚ ਇਸ ਦੇ ਨਮੂਨੇ ਮੌਜੂਦ ਹਨ। ਇਸ ਸਮੇਂ ਉੜੀਸਾ ਤੇ ਭੁਵਨੇਸ਼ਵਰ ਵਿੱਚ ਮੰਦਰ ਵੀ ਉਸਾਰੇ ਗਏ। ਘੋੜੇ ਤੇ ਹਾਥੀ ਉੱਪਰ ਪੇਸ਼ ਕੀਤੇ ਗਏ ਕੋਨਾਰਕ ਦੇ ਮੰਦਰ ਵੀ ਇਸੇ ਕਲਾ ਦੀ ਉਪਜ ਹਨ। ਹਾਂਜੀ, ਅੱਗੇ ਅਗਲਾ ਪੁਆਇੰਟ ਮੁਗਲਾਂ ਦੇ ਆਉਣ ਨਾਲ ਮੁਗਲ ਕਲਾ ਪ੍ਰਗਟ ਹੋਈ, ਜਿਸ ਉੱਪਰ ਬਾਹਰਲਾ ਪ੍ਰਭਾਵ ਵਧੇਰੇ ਹੈ। ਇਹਨਾਂ ਦਾ ਪ੍ਰਭਾਵ ਰਾਜਪੂਤਾਂ ਦੁਆਰਾ ਕੀਤੀਆਂ ਉਸਾਰੀਆਂ ਤੇ ਚਿੱਤਰਕਾਰੀਆਂ ਉੱਪਰ ਵੀ ਪਿਆ।
ਇਹਨਾਂ ਵਿੱਚ ਵੀ ਲਕੀਰਾਂ ਦੀ ਸੂਖਮਤਾ ਅਤੇ ਤੀਖਣਤਾ ਪ੍ਰਤੱਖ ਹੈ। ਅੱਗੇ ਸਾਰੰਸ਼। ਭਾਰਤੀ ਚਿੱਤਰਕਲਾ ਦੇ ਵਿੱਚੋਂ ਦਰਸ਼ਨ ਤੇ ਆਤਮਾ ਪੱਥਰ ਦੀਆਂ ਮੂਰਤੀਆਂ ਰਾਹੀਂ ਸੰਕੇਤਕ ਤੇ ਚਿੰਨ੍ਹਾਤਮਕ ਰੂਪ ਵਿੱਚ ਪ੍ਰਗਟ ਹੋਏ ਦਿਖਾਈ ਦਿੰਦੇ ਹਨ, ਜਿਸ ਵਿੱਚ ਸੌਂਦਰਯ, ਕੋਮਲਤਾ, ਸਮਾਧੀ ਤੇ ਤਪੱਸਿਆ ਦੇ ਭਾਵ ਮੌਜੂਦ ਹਨ। ਭਾਰਤ ਦੇ ਇਸ ਵਿੱਚ ਪੂਰਨ ਤੇ ਗੰਭੀਰ ਭੰਡਾਰੇ ਉੱਤੇ ਵੀ ਜਿੰਨਾ ਮਾਣ ਕਰੀਏ ਥੋੜ੍ਹਾ ਹੈ।